ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਹਰ ਦਿਨ ਆਪਣੇ ਵਚਨ ਦੀ ਨਵੀਂ ਆਤਮਿਕ ਸ਼ਕਤੀ ਦੇ ਕੇ ਸਾਨੂੰ ਆਪਣੇ ਰਾਜ ਦੀ ਜਿਉਂਦੀ ਆਸ ਦੇ ਵਿੱਚ ਸਾਨੂੰ ਵਧਾਉਂਦਾ ਹੈ। ਉਸ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਅੱਜ ਦੇ ਵਚਨ ਦੇ ਨਾਲ ਆਪਣੀ ਆਤਮਿਕ ਸ਼ਕਤੀ ਦੇ ਕੇ ਸਾਨੂੰ ਆਪਣੇ ਵਿੱਚ ਵਧਾ, ਤਾਂ ਕਿ ਤੇਰੇ ਨਾਮ ਦੀ ਵਡਿਆਈ ਹੋ ਸਕੇ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਵਚਨ ਦਾ ਮਨਨ ਜੋ ਮੈਂ ਉਸ ਦਾ ਭਾਗ ਲਿਆ ਹੈ ਉਹ ਯਹੋਨਾ ਰਚੀ ਸੁਸਮਾਚਾਰ ਉਸ ਦਾ 15 ਅਧਿਆਇ ਉਸ ਦੀ 22 ਆਇਤ ਦੇ ਵਿੱਚੋਂ ਲਿਆ ਹੈ। ਇੱਥੇ ਲਿਖਿਆ ਹੈ, ਜੇ ਮੈਂ ਨਾ ਆਉਂਦਾ ਅਤੇ ਉਹਨਾਂ ਨਾਲ ਗੱਲਾਂ ਨਾ ਕਰਦਾ ਤਾਂ ਉਹਨਾਂ ਦਾ ਪਾਪ ਨਾ ਹੁੰਦਾ, ਪਰ ਹੁਣ ਉਹਨਾਂ ਦੇ ਕੋਲ ਉਹਨਾਂ ਦੇ ਪਾਪ ਦਾ ਭੱਜ ਨਹੀਂ। ਕਹਿਣ ਦਾ ਭਾਵ ਕੋਈ ਬਹਾਨਾ ਨਹੀਂ। ਇਸ ਦਾ ਜੋ ਮੈਂ ਸਬਜੈਕਟ ਲਿਆ ਹੈ, ਪਰਮੇਸ਼ਵਰ ਨੂੰ ਜਾਣਦੇ ਹੋਏ ਵੀ ਇਨਕਾਰ ਕਰਨਾ। ਪਰਮੇਸ਼ਵਰ ਨੂੰ ਜਾਣਦੇ ਹੋਏ ਵੀ ਇਨਕਾਰ ਕਰਨਾ, ਇਸ ਦਾ ਮੈਂ ਅੱਜ ਵਿਸ਼ਾ ਲਿਆ ਹੈ। ਜਦੋਂ ਪ੍ਰਭੂ ਯਿਸੂ ਮਸੀਹ ਜੀ ਗੱਲ ਕਰ ਰਹੇ ਆ ਤਾਂ ਉਹ ਚੇਲਿਆਂ ਦੇ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਆ। 15 ਅਧਿਆਏ ਤੋਂ ਸ਼ੁਰੂ ਤੋਂ ਲੈ ਕੇ ਅਸੀਂ ਅੰਤ ਦੇ ਵਿੱਚ ਜਾਈਏ ਤੇ ਗੱਲਾਂ ਸਾਨੂੰ ਉਹਨਾਂ ਦੇ ਚੇਲਿਆਂ ਦੇ ਨਾਲ ਹੀ ਕਰਦੇ ਹੋਏ ਨਜ਼ਰ ਆਉਂਦੇ ਆ। ਔਰ ਜਦੋਂ ਇਸ ਪਦ ਦੇ ਉੱਤੇ, ਇਸ ਆਇਤ ਦੇ ਉੱਤੇ ਮੈਂ ਵਿਚਾਰ ਕਰਦਾ ਹਾਂ, ਜੋ ਯਿਸੂ ਦੇ ਮਨ ਵਿੱਚ ਸਦਾ ਰਹਿੰਦਾ ਸੀ, ਔਰ ਇਹ ਵਿਚਾਰ ਕਿ ਗਿਆਨ ਅਤੇ ਅਧਿਕਾਰ ਦੇ ਨਾਲ ਦਾਇਤਵ ਵੀ ਆਉਂਦਾ ਹੈ। ਗਿਆਨ ਅਤੇ ਅਧਿਕਾਰ ਦੇ ਨਾਲ ਦਾਇਤਵ ਵੀ ਆਉਂਦਾ ਹੈ। ਯਿਸੂ ਦੇ ਆਉਣ ਤੋਂ ਪਹਿਲਾਂ ਲੋਕਾਂ ਨੂੰ ਇਹ ਮੌਕਾ ਹੀ ਨਹੀਂ ਮਿਲਿਆ ਕਿ ਪਰਮੇਸ਼ਵਰ ਨੂੰ ਵਾਸਤਵਿਕ ਅਤੇ ਪੂਰਨ ਰੂਪ ਨਾਲ ਜਾਣਨ। ਯਿਸੂ ਦੇ ਆਉਣ ਤੋਂ ਪਹਿਲਾਂ ਇਹ ਮੌਕਾ ਹੀ ਨਹੀਂ ਮਿਲਿਆ ਉਹਨੂੰ, ਔਰ ਉਹਨਾਂ ਨੇ ਪੂਰਨ ਰੂਪ ਨਾਲ ਪਰਮੇਸ਼ਵਰ ਦਾ ਵਚਨ ਨਹੀਂ ਸੁਣਿਆ ਅਤੇ ਨਾ ਉਸ ਜੀਵਨ ਨੂੰ ਵੇਖਿਆ ਸੀ। ਜਿੱਦਾਂ ਸ਼ਰ੍ਹਾ ਦੱਸਦੀ ਸੀ, ਜਿੱਦਾਂ ਉਹ ਦੱਸਦੇ ਸੀ, ਉੱਦਾਂ ਸੁਣਦੇ ਆ ਰਹੇ ਸੀ, ਤੇ ਉਹਨਾਂ ਨੂੰ ਵਾਸਤਵਿਕ ਪਰਮੇਸ਼ਵਰ ਦੀ ਪਹਿਚਾਨ ਉਹਨਾਂ ਦੇ ਜੀਵਨ ਦੇ ਵਿੱਚ ਨਹੀਂ ਹੋ ਪਾ ਰਹੀ ਸੀ। ਔਰ ਯਿਸੂ ਦੇ ਪਹਿਲਾਂ ਦੇ ਲੋਕਾਂ ਨੂੰ ਇਸ ਗਿਆਨ ਦੇ ਲਈ ਦੋਸ਼ੀ ਨਹੀਂ ਠਹਿਰਾ ਸਕਦੇ। ਪਰ ਜਦੋਂ ਯਿਸੂ ਆ ਗਿਆ, ਜਦੋਂ ਪ੍ਰਗਟ ਹੋ ਗਿਆ, ਉਸ ਨੇ ਉਹ ਕੰਮ ਕੀਤੇ ਜਿਹੜਾ ਕੋਈ ਕਰ ਨਹੀਂ ਸਕਦਾ, ਸਿਰਫ ਪਰਮੇਸ਼ਰ ਹੀ ਕਰ ਸਕਦਾ ਹੈ। ਉਸ ਨੂੰ ਜਾਣਦੇ ਹੋਏ ਵੀ ਨਹੀਂ ਜਾਣਿਆ, ਉਹ ਉਹਨਾਂ ਦੇ ਲਈ ਮਹਾਪਾਪ ਹੋ ਗਿਆ, ਕਿਉਂਕਿ ਉਹ ਪਰਮੇਸ਼ਰ ਨੂੰ ਜਾਣਦੇ ਹੋਏ ਵੀ ਇਨਕਾਰ ਕਰਨਾ ਹੈ। ਮੈਂ ਜਾਣਦਾ ਹਾਂ ਕਿ ਇਹ ਜਿਹੜੀ ਚੀਜ਼ ਹੈ ਮੇਰੇ ਸਾਹਮਣੇ ਬਣੀ ਹੈ, ਔਰ ਫਿਰ ਵੀ ਮੈਂ ਉਹਨੂੰ ਕਹਾਂ ਕਿ ਨਹੀਂ, ਇਹ ਨਹੀਂ ਬਣੀ ਹੈ, ਤਾਂ ਉਸ ਤੋਂ ਵੱਡਾ ਝੂਠਾ ਕੋਈ ਨਹੀਂ ਹੋ ਸਕਦਾ ਜਿਹੜਾ ਜਾਣਦੇ ਹੋਏ ਵੀ ਉਹਦੇ ਬਾਰੇ ਸੱਚ ਨਹੀਂ ਬੋਲਦਾ। ਯਿਸੂ ਆਪਣੇ ਚੇਲਿਆਂ ਦੇ ਨਾਲ ਉਸ ਸਮੇਂ ਦੇ ਲੋਕਾਂ ਦੇ ਵਿੱਚ, ਜਿੱਥੇ ਉਹ ਪਰਮੇਸ਼ਵਰ ਦੀ ਸੱਚਾਈ ਨੂੰ ਬਿਆਨ ਕਰ ਰਿਹਾ ਸੀ, ਜਿੱਥੇ ਉਹ ਦੱਸ ਰਿਹਾ ਸੀ ਪਰਮੇਸ਼ਰ ਇਸ ਤਰ੍ਹਾਂ ਦਾ ਹੈ, ਜਿੱਥੇ ਉਹ ਦੱਸ ਰਿਹਾ ਸੀ ਪਰਮੇਸ਼ਰ ਮਨੁੱਖਾਂ ਨਾਲ ਪਿਆਰ ਕਰਦਾ ਹੈ, ਜਿੱਥੇ ਉਹ ਦੱਸ ਰਿਹਾ ਸੀ ਪਰਮੇਸ਼ਰ ਮਨੁੱਖਾਂ ਦੀ ਚਿੰਤਾ ਕਰਦਾ ਹੈ, ਜਿੱਥੇ ਉਹ ਦੱਸ ਰਿਹਾ ਸੀ ਪਰਮੇਸ਼ਰ ਉਹਨਾਂ ਨੂੰ ਬਚਾਉਣਾ ਚਾਹੁੰਦਾ ਹੈ, ਜਿੱਥੇ ਉਹ ਦੱਸ ਰਿਹਾ ਸੀ ਕਿ ਪਰਮੇਸ਼ਰ ਉਹਨਾਂ ਦੇ ਨਾਲ ਵਾਸ ਕਰਨਾ ਚਾਹੁੰਦਾ ਹੈ, ਉੱਥੇ ਲੋਕ
ਨੀਚਾ ਨਹੀਂ ਸੀ ਕਰ ਰਹੇ। ਇਹ ਗੱਲ ਜਦੋਂ ਮੈਂ ਆਪਣੇ ਕਲੀਸਿਆ ਦੇ ਵਿੱਚ ਆਊਟਰੀਚ ਦੇ ਬਾਰੇ ਜਾਂ ਜਿੱਦਾਂ ਅਸੀਂ ਖੁਸ਼ਖਬਰੀ ਬਣਦੇ ਹਾਂ ਉਹਨਾਂ ਨਾਲ ਕੀਤੀ, ਤਾਂ ਕੁਝ ਜਿਹੜੇ ਨਵੇਂ ਲੋਕ ਸੀ ਉਹਨਾਂ ਨੇ ਕਿਹਾ, ਭਾਜੀ ਬਾਰ-ਬਾਰ ਅਸੀਂ ਜਾ ਕੇ ਪ੍ਰਚਾਰ ਕਰਦੇ ਹਾਂ, ਲੋਕ ਸੁਣਦੇ ਤਾਂ ਹੈ ਨਹੀਂ। ਤਦ ਮੈਂ ਇਸ ਵਚਨ ਨੂੰ ਜੋ ਪ੍ਰਭੂ ਨੇ ਮੇਰੇ ਸਾਹਮਣੇ ਲਿਆਂਦਾ, ਮੈਂ ਉਹਨਾਂ ਦੇ ਅੱਗੇ ਰੱਖਿਆ। ਮੈਂ ਕਿਹਾ ਭਾਈ, ਜਦੋਂ ਨਿਆਂ ਹੋਵੇਗਾ, ਪਰਮੇਸ਼ਰ ਆਪਣੀ ਤਸਵੀਰ ਪ੍ਰਗਟ ਕਰ ਦੇਵੇਗਾ, ਤਾਂ ਉਹਨਾਂ ਦੇ ਲਈ ਕੋਈ ਪੱਜ ਅਤੇ ਕੋਈ ਬਹਾਨਾ, ਕੋਈ ਉਜ਼ਰ ਨਹੀਂ ਰਹੇਗਾ। ਇਹ ਬੜਾ ਹੀ ਸੱਚਾਈ ਹੈ। ਇਹ ਸੱਚਾਈ ਉਹ ਹੈ ਜਿਹੜੀ ਅੱਜ ਲੋਕਾਂ ਦੇ ਵਿੱਚ ਪਰਮੇਸ਼ਰ ਪੁੱਤਰ ਦੇ ਰਾਹੀਂ ਖੁਸ਼ਖਬਰੀ ਦੇ ਨਾਲ ਸਾਡੇ ਵਿੱਚ ਵੰਡੀ ਜਾਂਦੀ ਹੈ। ਮੈਂ ਜੋ ਮਸੀਹੀ ਉਪਕਾਰਾਂ ਅਤੇ ਉਹਨਾਂ ਦੇ ਵਿਚਾਰਾਂ ਦਾ ਜੋ ਵਾਤਾਵਰਣ ਉਸ ਸਮੇਂ ਬਣਿਆ ਹੋਇਆ ਸੀ, ਉਹਨਾਂ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਲੋਕ ਉਸ ਸਮੇਂ ਵੀ ਇਸ ਤਰ੍ਹਾਂ ਸੀ। ਚਾਹੇ ਨੀਰੋ ਬਾਦਸ਼ਾਹ ਦਾ ਟਾਈਮ ਲੈ ਲਓ, ਚਾਹੇ ਰੋਮੀ ਸਮਰਾਟ ਦੇ ਸਮੇਂ ਕੈਸਰ ਦਾ ਸਮਾਂ ਲੈ ਲਓ, ਚਾਹੇ ਹਿਟਲਰ ਦਾ ਸਮਾਂ ਲੈ ਲਓ, ਉਸ ਸਮੇਂ ਦੇ ਵਿੱਚ ਵੀ ਲੋਕ ਮਸੀਹ ਨੂੰ ਜਾਣਦੇ ਹੋਏ ਉਸ ਦਾ ਇਨਕਾਰ ਕਰ ਰਹੇ ਸੀ ਸਤਾਵ ਦੇ ਕਾਰਨ। ਪਰ ਜਦੋਂ ਪਰਮੇਸ਼ਰ ਦੀ ਅਦਾਲਤ ਹੋਵੇਗੀ, ਉਹਨਾਂ ਕੋਲ ਕੋਈ ਉਜ਼ਰ ਬਹਾਨਾ ਨਹੀਂ ਹੋਵੇਗਾ। ਯਿਸੂ ਨੇ 2 ਕੰਮ ਕੀਤੇ ਇਸ ਗੱਲ ਦੇ ਵਿੱਚ ਮੈਂ ਦੇਖਦਾ। ਪਹਿਲਾ, ਉਸਨੇ ਪ੍ਰਗਟ ਕੀਤਾ ਕਿ ਪਾਪ ਕੀ ਹੈ। ਜਦੋਂ ਇਹਦੇ ਵਿੱਚ ਅਸੀਂ ਦੇਖਦੇ ਹਾਂ, ਉਹਨਾਂ ਲਈ ਕੋਈ ਪਾਪ ਦਾ ਬਹਾਨਾ ਨਹੀਂ। ਪਾਪ ਕੀ? ਉਸਨੇ ਦੱਸਿਆ ਕਿ ਕਿਹੜੀ ਗੱਲ ਪਰਮੇਸ਼ਰ ਨੂੰ ਦੁੱਖ ਪਹੁੰਚਾਉਂਦੀ ਹੈ ਸਾਡੇ ਜੀਵਨ ਦੇ ਵਿੱਚੋਂ, ਅਤੇ ਉਹ ਰਾਹ ਦੱਸਿਆ ਜਿਸ ਵਿੱਚ ਪਰਮੇਸ਼ਰ ਚਾਹੁੰਦਾ ਸੀ ਕਿ ਮਨੁੱਖ ਚੱਲਣ। ਦੂਸਰਾ, ਉਸਨੇ ਪਾਪ ਤੋਂ ਮੁਕਤੀ ਦਾ ਉਪਾਅ ਕੀਤਾ। ਪਹਿਲਾ ਪਾਪ, ਦੂਸਰਾ ਉਸਨੇ ਪਾਪ ਤੋਂ ਮੁਕਤੀ ਦਾ ਉਪਾਅ, ਭਾਵ ਮੇਰੇ ਲਈ ਉਸਨੇ ਮੁਕਤੀ ਦਾ ਰਾਹ ਖੋਲਿਆ। ਇਹ ਅਸੀਂ ਇਸ ਵਿੱਚ ਦੇਖਦੇ ਹਾਂ। ਔਰ ਇਹ ਕੰਮ ਉਸਨੇ 2 ਰੂਪਾਂ ਵਿੱਚ ਕੀਤਾ। ਪਿਛਲੇ ਪਾਪਾਂ ਨੂੰ क्षमा ਕਰਨ ਦੇ ਲਈ ਉਸਨੇ ਮੇਰੇ ਲਈ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਦੇ ਰਾਹੀਂ ਸਾਰੇ ਪਾਪਾਂ ਦਾ ਲੇਖਾ ਜੋਖਾ ਕਾਲਵਰੀ ਕਰੂਸ ਦੇ ਉੱਤੇ ਦੇ ਦਿੱਤਾ ਤੇ ਕਿਆ ਪੂਰਾ ਹੋਇਆ। ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ, ਉਦੋਂ ਤੱਕ ਦਾ ਪਿੱਛੇ ਦੇ ਪਾਪਾਂ ਦਾ ਸਾਰਾ ਲੇਖਾ ਉਹਦੇ ਲਹੂ ਦੇ ਨਾਲ ਸਾਫ਼ ਹੋ ਜਾਂਦਾ ਹੈ। ਪਰ ਜੇ ਅਸੀਂ ਉਹਨੂੰ ਜਾਣਦੇ ਹੋਏ ਵੀ ਉਹਦਾ ਇਨਕਾਰ ਕਰੀਏ, ਤਾਂ ਇਸ ਤੋਂ ਵੱਡਾ ਪਾਪ ਕੋਈ ਨਹੀਂ। ਕਿਉਂਕਿ ਲਿਖਿਆ ਹੈ ਬਾਣੀ ਦੇ ਵਿੱਚ, ਪਰਮੇਸ਼ਰ ਦੇ ਹੁਕਮ ਨੂੰ, ਪਰਮੇਸ਼ਰ ਦੇ ਵਚਨ ਦੇ ਹੁਕਮ ਨੂੰ ਨਾ ਮੰਨਣਾ ਹੀ ਪਾਪ ਹੈ। ਪਹਿਲੇ ਉਹਨੇ ਦੱਸਿਆ ਪਾਪ ਕੀ ਹੈ। ਪਰਮੇਸ਼ਰ ਦੇ ਹੁਕਮ ਦੀ ਉਲੰਘਣਾ ਕਰਨਾ ਹੀ ਪਾਪ ਹੈ। ਔਰ ਦੂਸਰਾ, ਜਦੋਂ ਪਰਮੇਸ਼ਰ ਦਾ ਪੁੱਤਰ ਵਚਨ ਬਣ ਕੇ ਇਸ ਧਰਤੀ ਦੇ ਵਿੱਚ ਆ ਗਿਆ ਅਤੇ ਉਹ ਵਚਨ ਕਾਲਵਰੀ ਕਰੂਸ ਦੇ ਉੱਤੇ ਮੇਰੇ ਲਈ ਪੂਰਾ ਹੋ ਗਿਆ, ਉਸ ਨੂੰ ਜਾਣਦੇ ਹੋਏ ਵੀ ਉਸ ਨੂੰ ਨਾ ਮੰਨਣਾ ਪਾਪ ਹੈ। ਹੁਣ ਤੀਸਰੀ ਗੱਲ ਵਿਸ਼ਵਾਸੀਆਂ ਦੇ ਲਈ, ਕਈ ਵਿਸ਼ਵਾਸੀ ਚਰਚ ਦੇ ਵਿੱਚ ਆਉਂਦੇ ਆ, ਜਾਣਦੇ ਆ ਕਿ ਮੈਂ ਪ੍ਰਭੂ ਦੀ ਆਗਿਆ, ਕਮਾਂਡ, ਜਦੋਂ ਮੈਂ ਤੌਬਾ ਕੀਤੀ ਮੈਂ ਕੀ ਕਿਹਾ ਸੀ? ਮੈਂ ਕਿਹਾ ਸੀ, ਪ੍ਰਭੂ ਯਿਸੂ ਮਸੀਹ ਜੀ, ਮੈਂ ਤੇਰੇ ਵਚਨ ਦੇ ਅਨੁਸਾਰ ਜਾਣਿਆ ਕਿ ਤੁਸੀਂ ਪਾਪੀਆਂ ਨੂੰ ਬਚਾਉਣ ਦੇ ਲਈ ਇਸ ਦੁਨੀਆ ਦੇ ਵਿੱਚ ਆਏ, ਔਰ ਮੇਰੇ ਉਸ ਪਾਪ ਦੇ ਲਈ ਤੁਸੀਂ ਮਾਰੇ ਗਏ ਕਾਲਵਰੀ ਕਰੂਸ ਦੇ ਉੱਤੇ,
ਅਤੇ ਮੇਰੇ ਪਾਪੀ ਦੇ ਲਈ ਤੁਸੀਂ ਦਫਨ ਹੋ ਗਏ ਅਤੇ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇ। ਆਪ ਦੇ ਲਹੂ ਬਹਾਏ ਜਾਣ ਦੇ ਨਾਲ ਮੈਂ ਪਾਪ ਤੋਂ ਸ਼ੁੱਧ ਅਤੇ ਪਵਿੱਤਰ ਹੋ ਗਿਆ। ਹੁਣ ਮੇਰਾ ਜੀਵਨ ਮੇਰਾ ਨਹੀਂ ਤੇਰਾ ਹੈ। ਮੈਂ ਵਿਸ਼ਵਾਸ ਦੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦਾ, ਆਮੇਨ। ਇਹਦਾ ਮਤਲਬ ਇੱਥੇ ਇੱਕ ਵਿਸ਼ਵਾਸੀ, ਇੱਕ ਮਸੀਹੀ ਇਹ ਕਹਿੰਦਾ ਹੈ, ਹੁਣ ਮੇਰਾ ਜੀਵਨ ਮੇਰਾ ਨਹੀਂ ਮਸੀਹ ਦਾ ਹੈ। ਮੇਰੇ ਪਿਆਰੇ ਅਜ਼ੀਜ਼, ਇੱਥੇ ਮੈਂ ਜੋ ਗੱਲ ਪੜ੍ਹਦਾ ਹਾਂ, ਇੱਥੇ ਲਿਖਿਆ ਹੈ ਅਤੇ ਉਹਨਾਂ ਨਾਲ ਨਾ ਕਰਦਾ ਤਾਂ ਉਹਨਾਂ ਦਾ ਪਾਪ ਨਾ ਹੁੰਦਾ। ਹੁਣ ਪ੍ਰਭੂ ਯਿਸੂ ਮਸੀਹ ਨੇ ਮੇਰੇ ਲਈ ਸਾਰਾ ਕਾਰਜ ਕਲਵਰੀ ਕਰੂਸ ਦੇ ਉੱਤੇ ਮੇਰੇ ਪਾਪਾਂ ਦੇ ਲਈ ਕਰ ਦਿੱਤਾ। ਮੈਂ ਹੁਣ ਕਲੀਸਿਆ ਦੇ ਵਿੱਚ ਆ ਰਿਹਾ। 4 ਗੱਲਾਂ ਮੇਰੇ ਜੀਵਨ ਦੇ ਵਿੱਚ ਜੋ ਰਸੂਲਾਂ ਦੇ ਕਰਤੱਵ 2 ਅਧਿਆਏ ਉਸ ਦੀ 42 ਆਇਤ ਚ ਲਿਖਿਆ। ਰੋਟੀ ਤੋੜਨਾ, ਸਿੱਖਿਆ ਲੈਣਾ, ਸੰਗਤ ਕਰਨਾ, ਪ੍ਰਾਰਥਨਾ ਕਰਨਾ, ਇਹ 4 ਚੀਜ਼ਾਂ ਮੈਂ ਕਰ। ਪਰ ਜੇ ਮੈਥੋਂ ਇਹ ਗੱਲਾਂ ਮਿਸ ਹੋ ਜਾਂਦੀਆਂ ਜਾਂ ਕਿਸੇ ਗੱਲ ਦੇ ਵਿੱਚ ਮਿਸ ਹੋ ਜਾਂਦੀਆਂ ਤਾਂ ਅਸੀਂ ਕਲੀਸਿਆ ਦੇ ਵਿੱਚ ਉਸ ਗੱਲ ਨੂੰ ਬਚਣ ਦੇ ਲਈ ਕੀ ਕਰਦੇ ਹਾਂ? ਬਹਾਨਾ। ਕਈ ਬਹਾਨੇ ਲਾਉਂਦੇ ਆ। ਮੈਂ ਤਾਂ ਸੱਚਾਈ ਨਹੀਂ ਦੱਸਣੀ ਹੈ, ਰਿਐਲਿਟੀ ਨਹੀਂ ਦੱਸਣੀ ਹੈ। ਕਿੱਥੇ ਜਾ ਰਹੇ? ਕਲੀਸਿਆ 'ਚ। ਕਲੀਸਿਆ ਦਾ ਸਿਰਤੱਵ ਕੌਣ ਹੈ? ਮਸੀਹ। ਮਸੀਹ ਦਾ ਸਿਰ ਕੌਣ ਹੈ? ਪਰਮੇਸ਼ਰ। ਤੇ ਬਾਣੀ ਦੱਸਦੀ ਹੈ ਕਲੀਸਿਆ ਮਸੀਹ ਦੀ ਦੇਹ ਹੈ। ਤੇ ਅਸੀਂ ਦੇਹ ਦੇ ਵਿੱਚ ਜਾ ਕੇ ਕੀ ਕਰ ਰਹੇ ਹਾਂ? ਜਿੱਥੇ ਮੈਂ ਕਿਹਾ ਸੀ ਹੁਣ ਮੈਂ ਜਿੰਦਾ ਨਹੀਂ, ਮੇਰੇ ਵਿੱਚ ਮਸੀਹ ਜਿੰਦਾ, ਉਹਦੇ ਨਾਲ ਕੀ ਬੋਲ ਰਹੇ ਹਾਂ? ਝੂਠ। ਉਹਦੇ ਨਾਲ ਉਜ਼ਰ ਬਹਾਨਾ। ਪਿਆਰੋ, ਮੈਂ ਆਪ ਨੂੰ ਦੱਸ ਦਵਾਂ, ਇਸ ਗੱਲ ਤੋਂ ਪ੍ਰਭੂ ਨੂੰ ਵੇਦਨਾ ਹੁੰਦੀ ਹੈ, ਦੁੱਖ ਹੁੰਦਾ ਹੈ। ਔਰ ਇਸ ਦੁੱਖ ਦੇ ਲਈ ਕੋਈ ਬਹਾਨਾ ਨਹੀਂ। ਬਾਈ, ਮੈਂ ਅੱਜ ਦੱਸ ਰਿਹਾ ਸੀ ਕਿ ਪਰਮੇਸ਼ਰ ਦੀ ਬਾਣੀ ਦੇ ਵਿੱਚ ਲਿਖਿਆ ਹੈ ਪਰਮੇਸ਼ਰ ਦੀ ਅੱਖ ਧਰਮੀਆਂ ਦੇ ਉੱਤੇ ਲੱਗੀ ਰਹਿੰਦੀ ਹੈ। ਇਹਦਾ ਮਤਲਬ ਜਿਹਦੀ ਅੱਖ ਮੇਰੇ ਉੱਤੇ ਲੱਗੀ ਹੈ ਤੇ ਮੈਂ ਉਹਦੀ ਕਲੀਸਿਆ ਦੇ ਵਿੱਚ ਉਹਦੇ ਲੋਕਾਂ ਦੇ ਨਾਲ ਪਰਮੇਸ਼ਰ ਅਤੇ ਪਰਮੇਸ਼ਰ ਦੀ ਸਭਾ ਦੇ ਵਿੱਚ ਝੂਠ ਬੋਲਦਾ ਤਾਂ ਮੇਰੇ ਲਈ ਕੋਈ ਬਹਾਨਾ ਨਹੀਂ। ਫਿਰ ਜੋ ਗੱਲ ਰੋਮੀਆਂ ਦੀ ਪੁਸਤਕ ਦੇ ਵਿੱਚ ਲਿਖੀ ਹੈ ਕਿ ਲੋਕ ਸੱਚਾਈ ਨੂੰ ਕੁਧਰਮ ਦੇ ਨਾਲ ਦੱਬ ਕੇ ਰੱਖਦੇ ਆ, ਕਰਦੇ ਸੰਸਾਰ ਦਾ ਕੰਮ ਹੈ ਤੇ ਉੱਥੇ ਆ ਕੇ ਉਸ ਸੱਚ ਨੂੰ ਝੂਠ ਦੇ ਨਾਲ ਦੱਬ ਕੇ ਰੱਖ ਦਿੰਦੇ ਆ। ਤੇ ਕਲੀਸਿਆ ਦੇ ਵਿੱਚ ਪਰਮੇਸ਼ਰ ਕਹਿੰਦਾ ਮੈਂ ਸੱਚ ਦੇ ਲਈ, ਇਹਨਾਂ ਨੂੰ ਸੱਚ ਬਣਾਉਣ ਦੇ ਲਈ, ਸੱਚ ਦੀ ਸੰਤਾਨ ਬਣਾਉਣ ਦੇ ਲਈ ਸੱਚ ਵਿੱਚ ਪੈਦਾ ਕੀਤਾ ਤੇ ਉਹ ਝੂਠ ਦੇ ਨਾਲ ਕੀ ਕਰ ਰਹੇ ਆ? ਮੇਰੇ ਝੁੰਡ ਦੇ ਵਿੱਚ। ਇਸ ਕਰਕੇ ਲਿਖਿਆ ਹੈ ਉਹਨਾਂ ਦੇ ਪਾਪ ਦੇ ਲਈ ਕੋਈ ਬਹਾਨਾ, ਉਹਨਾਂ ਦੇ ਪਾਪ ਦੇ ਲਈ ਕੋਈ ਬਹਾਨਾ ਉਹਨਾਂ ਦੇ ਕੋਲ ਨਹੀਂ ਹੋਵੇਗਾ। ਕਹਿਣ ਦਾ ਭਾਵ, ਪਰ ਹੁਣ ਉਹਨਾਂ ਦੇ ਕੋਲ ਉਹਨਾਂ ਦਾ ਪਾਪ ਦਾ ਕੋਈ ਪੱਜ ਨਹੀਂ। ਹੁਣ ਪੱਜ ਨਹੀਂ ਰਹਿਣਾ। ਜੇ ਤੁਸੀਂ ਕਹੋਗੇ ਕਿ ਮੈਂ ਏਦਾਂ ਕਰ ਲਿਆ, ਮੈਂ ਜਾਣਦੇ ਹੋਏ ਵੀ ਪਾਪ ਕਰਨਾ, ਬਾਈਬਲ ਦੇ ਵਿੱਚ ਲਿਖਿਆ ਮਸੀਹ ਨੂੰ ਕਲੰਕਿਤ ਕਰਨਾ ਹੈ। ਕਿ ਤੁਹਾਡਾ ਆਤਮਾ ਅੰਦਰੋਂ ਨਹੀਂ ਕਹਿੰਦਾ ਤੁਸੀਂ ਝੂਠ ਬੋਲ ਰਹੇ ਹੋ? ਤਾਂ ਉਸੇ ਵੇਲੇ ਸੋਚ ਲਓ ਕਿ ਤੁਸੀਂ ਆਤਮਾ ਨੂੰ ਉਦਾਸ ਕਰ ਰਹੇ ਹੋ, ਤੁਸੀਂ ਆਤਮਾ ਨੂੰ ਨਿਰਾਸ਼ ਕਰ ਰਹੇ ਹੋ। ਜੇ ਆਤਮਾ ਨੂੰ ਨਿਰਾਸ਼ ਕਰਦੇ ਆ, ਪਰਮੇਸ਼ਵਰ ਨੇ ਮੈਨੂੰ ਨਵੀਂ ਸ੍ਰਿਸ਼ਟ ਦੇ ਵਿੱਚ ਸਵਰਗੀ ਬਰਕਤਾਂ ਦੀ ਆਪਣਾ ਆਸ਼ੀਸ਼ ਦਿੱਤੀ ਹੈ, ਤਾਂ ਉਹ ਇਸ ਜਗ੍ਹਾ ਦੇ ਉੱਤੇ ਰੁਕੀ ਹੋਈ ਆ, ਉਹ ਮੇਰੇ ਕੋਲ ਨਹੀਂ ਪਹੁੰਚ ਰਹੀ। ਕਿਉਂ ਨਹੀਂ ਪਹੁੰਚ ਰਹੀ? ਕਿਉਂਕਿ ਮੈਂ ਇੱਥੇ ਪਰਦਾ ਲਾ ਦਿੱਤਾ। ਕਲੀਸਿਆ ਦੇ ਵਿੱਚ ਜਾ ਕੇ ਪਰਮੇਸ਼ਰ ਦੇ ਸਾਹਮਣੇ ਉਸ ਪਾਪ ਦੇ ਨਿਮਿਤ ਮੈਂ ਝੂਠੀ ਸਾਖੀ ਦਿੱਤੀ ਹੈ। ਕਲੀਸਿਆ ਦੇ ਵਿੱਚ, ਪਰਮੇਸ਼ਰ ਪੁੱਤਰ ਦੇ ਵਿੱਚ, ਪਰਮੇਸ਼ਰ ਦੇ ਵਿੱਚ ਅਤੇ ਉਹਦੇ ਆਤਮਾ ਦੇ ਵਿੱਚ ਮੈਂ ਝੂਠਾ, ਔਰ ਗਵਾਹੀ ਉਹ ਦੇਣਗੇ। ਸੋਚੋ ਅਸੀਂ ਕਿਸ ਤਰ੍ਹਾਂ ਬਚ ਸਕਦੇ? ਮੇਰੇ ਕੋਲ ਕੋਈ ਉਜ਼ਰ ਬਹਾਨਾ ਨਹੀਂ ਹੋਏਗਾ। ਮੈਨੂੰ ਉੱਥੇ ਮੂੰਹ ਲੁਕਾਉਣ ਨੂੰ ਵੀ ਕੋਈ ਜਗ੍ਹਾ ਨਹੀਂ ਮਿਲੇਗੀ। ਇਸ ਲਈ ਅਸੀਂ ਸੱਚ ਦੀ ਸੰਤਾਨ ਹਾਂ
ਤਾਂ ਸੱਚ ਦੇ ਨਾਲ ਪਿਆਰ ਕਰਕੇ ਸੱਚ ਬੋਲਣਾ ਹੈ। ਭਾਵੇਂ ਉਹਦੇ ਲਈ ਮੈਨੂੰ ਡਾਂਟ ਪੈ ਜਾਏ, ਭਾਵੇਂ ਉਹਦੇ ਲਈ ਮੈਨੂੰ ਥੋੜਾ ਚਿਰ ਗੁੱਸਾ ਆ ਜਾਏ, ਭਾਵੇਂ ਉਹਦੇ ਲਈ ਮੈਂ ਸ਼ਰਮਿੰਦਾ ਹੋ ਜਾਵਾਂ ਕੁਝ ਪਲ ਦੇ ਲਈ, ਪਰ ਸੱਚ ਬੋਲਣਾ, ਕਿਉਂਕਿ ਅਸੀਂ ਸੱਚ ਦੀ ਸੰਤਾਨ ਹਾਂ। ਦੂਸਰਾ, ਪਰਮੇਸ਼ਰ ਦੇ ਵਚਨ ਦੇ ਲਿਖੇ ਹੋਏ ਸ਼ਬਦਾਂ ਨੂੰ, ਜੋ ਪਰਮੇਸ਼ਰ ਨੇ ਮੈਨੂੰ ਮਸੀਹ ਦੇ ਸਰੂਪ ਢਾਲਣ ਦੇ ਲਈ ਦਿੱਤੇ। ਬਾਣੀ ਦੇ ਵਿੱਚ ਦੱਸਿਆ ਹੈ ਆਦਮੀ ਇਸ ਸਟਰਕਚਰ ਦੇ ਵਿੱਚ ਹੋਣਾ ਚਾਹੀਦਾ ਹੈ, ਔਰਤ ਇਸ ਸਟਰਕਚਰ ਦੇ ਵਿੱਚ ਹੋਣੀ ਚਾਹੀਦਾ, ਮਤਲਬ ਇਸ ਢਾਂਚੇ ਦੇ ਵਿੱਚ ਆਦਮੀ ਹੋਣਾ ਚਾਹੀਦਾ, ਇਸ ਢਾਂਚੇ ਦੇ ਵਿੱਚ ਔਰਤ ਹੋਣੀ। ਪਰ ਅਸੀਂ ਆਦਮੀ ਔਰਤ ਦੇ ਢਾਂਚੇ ਵਿੱਚ ਆ ਗਿਆ ਹੈ ਔਰ ਔਰਤ ਆਦਮੀ ਦੇ ਢਾਂਚੇ ਵਿੱਚ ਆ ਗਈ। ਇਹਦਾ ਮਤਲਬ ਪਰਮੇਸ਼ਰ ਦੀ ਸ੍ਰਿਸ਼ਟੀ ਨੂੰ ਜਦੋਂ ਅਸੀਂ ਬਦਲਦੇ ਹਾਂ ਤਾਂ ਪਰਮੇਸ਼ਰ ਦਾ ਕ੍ਰੋਧ ਸਾਡੇ ਉੱਤੇ ਆਉਂਦਾ ਹੈ। ਇਹੀ ਗੱਲ ਰੋਮੀਆਂ 1 ਅਧਿਆਇ 'ਚ ਲਿਖਿਆ ਉਹਨਾਂ ਨੇ ਪਰਮੇਸ਼ਰ ਦੀ ਸ੍ਰਿਸ਼ਟ ਨੂੰ ਆਪਣੇ ਕੁਧਰਮ ਦੇ ਨਾਲ ਬਦਲ ਦਿੱਤਾ। ਆਦਮੀ ਆਦਮੀ ਦੇ ਨਾਲ, ਔਰਤ ਔਰਤ ਦੇ ਨਾਲ ਵਿਆਹ ਕਰਕੇ ਪਰਮੇਸ਼ਰ ਦੀ ਸ੍ਰਿਸ਼ਟੀ ਦੇ ਵਿਰੋਧ ਹੋ ਗਏ। ਉਹਨਾਂ ਦੇ ਲਈ ਵੀ ਉਹਦੇ ਸਿੰਘਾਸਨ ਦੇ ਕੋਲ ਕੋਈ ਪੱਜ ਨਹੀਂ ਹੋਵੇਗਾ, ਕਿਉਂਕਿ ਬਾਈਬਲ ਦੇ ਵਿੱਚ ਇਸ ਗੱਲ ਦੇ ਬਾਰੇ ਸਖਤ ਚੇਤਾਵਨੀ ਦਿੱਤੀ ਗਈ ਹੈ। ਪਰਮੇਸ਼ਵਰ ਨੇ ਆਪ ਨੂੰ ਬੜਾ ਸੁੰਦਰ ਕਰਕੇ ਬਣਾਇਆ ਹੈ। ਪਰਮੇਸ਼ਵਰ ਨੇ ਆਪ ਦੀ ਰਚਨਾ ਬਹੁਤ ਸੁੰਦਰ ਕੀਤੀ ਹੈ, ਕਿਉਂਕਿ ਪਰਮੇਸ਼ਵਰ ਨੇ ਆਦਮ ਨੂੰ ਬਣਾਇਆ, ਉਹਨੇ ਕਿਹਾ ਚੰਗਾ ਹੈ। ਜਦੋਂ ਮੈਂ ਇਸ ਧਰਤੀ ਦੇ ਵਿੱਚ ਆਇਆ, ਇਸ ਧਰਤੀ ਦੇ ਵਿੱਚ ਪੈਦਾ ਹੋਇਆ ਤਾਂ ਸਭਨਾਂ ਨੇ ਖੁਸ਼ੀ ਕੀਤੀ ਅਤੇ ਆਨੰਦ ਕੀਤਾ। ਤੇ ਅੱਜ ਅਸੀਂ ਉਹਦੀ ਸੁੰਦਰਤਾ ਦੇ ਉੱਤੇ, ਸੰਸਾਰ ਦੀ ਸੁੰਦਰਤਾ ਆਪਣੇ ਉੱਤੇ ਲਾ ਲੈਂਦੇ ਹਾਂ, ਤਾਂ ਇਹ ਵੇਦਨਾ, ਇਹ ਦੁੱਖ ਕਿਹਨੂੰ ਆਉਂਦਾ ਹੈ? ਪਰਮੇਸ਼ਰ। ਬਾਈਬਲ ਦੇ ਟਾਈਮ ਦੇ ਵਿੱਚ ਵੀ ਲੋਕ ਨਹਾਉਂਦੇ ਸੀ, ਬਾਈਬਲ ਦੇ ਟਾਈਮ ਦੇ ਵਿੱਚ ਵੀ ਲੋਕ ਆਪਣੇ ਆਪ ਨੂੰ ਸੰਵਾਰਦੇ ਸੀ, ਪਰ ਉਹ ਸੰਸਾਰ ਦੀ ਸੁੰਦਰਤਾ ਦੇ ਨਾਲ ਨਹੀਂ, ਪਰਮੇਸ਼ਰ ਦੇ ਵਚਨ ਦੀ ਸੁੰਦਰਤਾ ਦੇ ਨਾਲ ਆਪਣੇ ਆਪ ਨੂੰ ਸੰਵਾਰਦੇ ਅਤੇ ਸੱਜਦੇ ਸੀ। ਇੱਥੇ ਇਹ ਗੱਲ ਸਾਫ਼ ਹੈ। ਪਰ ਉਹਨਾਂ ਕੋਲ ਉਹਨਾਂ ਦੇ ਪਾਪ ਦਾ ਪੱਜ ਨਹੀਂ ਹੋਵੇਗਾ। ਯਹੋਨਾ ਦੀ ਇੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਸਾਫ਼ ਰੀਤੀ ਨਾਲ ਕਹਿ ਰਹੇ ਆ, ਪਿਆਰੋ ਇਹਦੀ ਬਹੁਤ ਵੱਡੀ ਲੜੀ ਹੈ। ਇਸ ਤੋਂ ਆਪਣੇ ਆਪ ਨੂੰ ਅਸੀਂ ਸੁਚੇਤ ਰੱਖਣਾ ਹੈ। ਪਰਮੇਸ਼ਰ ਕਿਸ ਗੱਲ ਤੋਂ ਖੁਸ਼ ਹੁੰਦਾ ਹੈ? ਮੈਂ ਦੋ ਵਿਅਕਤੀ ਇਹੋ ਜਿਹੇ ਦੇਖੇ ਆ ਜਿਨ੍ਹਾਂ ਦੇ ਜੀਵਨ ਤੋਂ ਪਰਮੇਸ਼ਰ ਖੁਸ਼ ਹੋਇਆ। ਇੱਕ ਹਨੋਕ ਦੇ ਬਾਰੇ ਇਬਰਾਨੀਆਂ ਦੀ ਪੁਸਤਕ 11:5 'ਚ ਲਿਖਿਆ, ਉਹ ਪਰਮੇਸ਼ਰ ਦੇ ਨਾਲ ਚੱਲਦਾ ਸੀ ਔਰ ਪਰਮੇਸ਼ਰ ਉਸ ਤੋਂ ਪ੍ਰਸੰਨ, ਉਹਨੇ ਪਰਮੇਸ਼ਰ ਨੂੰ ਪ੍ਰਸੰਨ ਕੀਤਾ। ਔਰ ਯਿਸੂ ਮਸੀਹ ਨੂੰ ਵੀ ਦੇਖਦਾ, ਯਿਸੂ ਮਸੀਹ ਨੇ ਪਰਮੇਸ਼ਰ ਦੇ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕੀਤਾ ਤਾਂ ਸਵਰਗੋਂ ਇਹ ਬਾਣੀ ਆਈ, ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣੋ, ਮੈਂ ਇਸ ਤੋਂ ਖੁਸ਼ ਹਾਂ। ਪਰਮੇਸ਼ਰ ਖੁਸ਼ ਹੁੰਦਾ ਹੈ ਜਦੋਂ ਅਸੀਂ ਉਸਦੇ ਵਚਨ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਿਤਾਉਣਾ ਸ਼ੁਰੂ ਕਰ ਦਿੰਦੇ ਹਾਂ। ਪਤਰਸ ਨੇ ਇਸ ਤਰ੍ਹਾਂ ਕੀਤਾ, ਯਹੋਨਾ ਨੇ ਇਸ ਤਰ੍ਹਾਂ ਕੀਤਾ, ਮਰਕੁਸ ਨੇ ਇਸ ਤਰ੍ਹਾਂ ਕੀਤਾ, ਯਾਕੂਬ ਨੇ ਇਸ ਤਰ੍ਹਾਂ ਕੀਤਾ, ਹੋਰ ਜਿੰਨੇ ਚੇਲੇ ਸੀ ਉਹਨਾਂ ਨੇ ਪਰਮੇਸ਼ਰ ਦੇ ਅਨੁਸਾਰ ਆਪਣੇ ਜੀਵਨ ਨੂੰ ਪਸੰਦ ਕੀਤਾ। ਅੱਜ ਵੂਮਨਸ ਡੇ ਹੈ, ਬਹੁਤ ਸਾਰੇ ਵੂਮਨਸ ਦੇ ਮੈਂ ਕਮੈਂਟ ਪੜ੍ਹ ਰਿਹਾ ਸੀ, ਪਰ ਇਸ ਪਵਿੱਤਰ ਬਾਈਬਲ ਦੇ ਵਿੱਚ ਇੱਕ ਕਮੈਂਟ ਮੈਂ ਵੀ ਅੱਜ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪਾਇਆ ਹੈ। ਜਦੋਂ ਮੈਂ ਕਹਾਵਤਾਂ ਦੀ ਪੁਸਤਕ ਉਸ ਦਾ 31 ਅਧਿਆਇ ਉਸ ਦੀ 30 ਆਇਤ ਨੂੰ ਪੜ੍ਹਦਾ ਹਾਂ, ਵਚਨ ਦੇ ਅਨੁਸਾਰ ਕੀ ਕਹਿੰਦਾ ਹੈ? ਸ਼ੋਭਾ ਤਾਂ ਝੂਠੀ ਅਤੇ ਸੁੰਦਰਤਾ ਵਿਅਰਥ ਹੈ, ਪਰ ਜੋ ਔਰਤ ਯਹੋਵਾ ਦਾ ਭੈ ਮੰਨਦੀ ਹੈ ਉਹ ਸਲਾਹੀ ਜਾਵੇ, ਉਹ ਸਲਾਹੀ ਜਾਵੇ। ਕਿੰਨੀ ਵੱਡੀ ਗੱਲ ਲਿਖੀ ਹੋਈ ਹੈ ਇੱਥੇ। ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਉਹਨਾਂ ਦਾ ਪਾਪ ਨਾ ਹੁੰਦਾ,
ਪਰ ਹੁਣ ਉਹਨਾਂ ਕੋਲ ਉਹਨਾਂ ਦੇ ਪਾਪ ਦਾ ਕੋਈ ਪੱਜ ਨਹੀਂ ਹੋਵੇਗਾ, ਕਿਉਂਕਿ ਉਹਨਾਂ ਨੂੰ ਵਚਨ ਦੇ ਦਿੱਤਾ ਗਿਆ ਹੈ। ਇਹ ਪੂਰੀ ਬਾਈਬਲ ਮੋਹਰ ਬੰਦ ਕਰਕੇ ਦੇ ਦਿੱਤੀ ਗਈ ਹੈ, ਔਰ ਲਿਖਿਆ ਇਹਦੇ 'ਚ ਨਾ ਕੋਈ ਘਟਾਵੇ ਨਾ ਕੋਈ ਵਧਾਵੇ। ਪ੍ਰਭੂ ਯਿਸੂ ਮਸੀਹ ਨੇ ਅੰਜੀਲ ਦਿੱਤੀ ਹੈ ਪਾਪ ਤੋਂ ਬਚਣ ਦੇ ਲਈ, ਭਾਵ ਆਪਣੀ ਜਾਨ ਦਿੱਤੀ ਹੈ ਪਾਪ ਤੋਂ ਬਚਣ ਦੇ ਲਈ। ਜੇ ਹੁਣ ਉਹ ਯਿਸੂ ਮਸੀਹ ਨੂੰ ਨਹੀਂ ਮੰਨਦਾ, ਉਹਦਾ ਇਨਕਾਰ ਕਰਦਾ ਹੈ, ਤਾਂ ਇਸ ਤੋਂ ਵੱਡਾ ਪਾਪ ਕੋਈ ਨਹੀਂ। ਸਵਰਗ ਦੇ ਨਿਆਂ ਦੇ ਸਿੰਘਾਸਨ ਕੋਲ ਉਹਨਾਂ ਕੋਲ ਕੋਈ ਪੱਜ ਨਹੀਂ ਹੋਵੇਗਾ, ਕਿਉਂਕਿ ਉਹਨਾਂ ਨੂੰ ਅੰਜੀਲ ਦੱਸੀ ਗਈ ਹੈ। ਉਹਨਾਂ ਨੂੰ ਪਰਮੇਸ਼ਰ ਮਸੀਹ ਦੇ ਸਰੂਪ ਦੇ ਵਿੱਚ ਮਸੀਹੀ ਸੁਭਾਅ ਦੇ ਵਿੱਚ ਢਲਣ ਦੇ ਲਈ ਪਰਮੇਸ਼ਰ ਦਾ ਵਚਨ ਦਿੱਤਾ ਗਿਆ। ਹੁਣ ਉਹਨਾਂ ਕੋਲ ਗਾਹਾਂ ਕੋਈ ਪੱਜ ਨਹੀਂ ਹੋਵੇਗਾ। ਮੇਰੇ ਭਾਈ ਅਤੇ ਭੈਣ, ਮੈਂ ਆਪ ਨੂੰ ਇਹ ਦੱਸ ਦਵਾਂ, ਅੱਜ ਆਪ ਕੋਲ ਸਮਾਂ ਹੈ ਕਿ ਜੇ ਆਪ ਨੇ ਉਸ ਨੂੰ ਮੁਕਤੀ ਦਾਤਾ ਮੰਨ ਲਿਆ ਹੈ ਤਾਂ ਆਪ ਸਵਰਗ ਰਾਜ ਦੇ ਅਧਿਕਾਰੀ ਹੋਣ ਦੇ ਲਈ ਸੱਦੇ ਗਏ ਹੋ। ਜੇ ਆਪ ਨੇ ਨਹੀਂ ਉਸ ਨੂੰ ਆਪਣਾ ਸਵੀਕਾਰ ਕੀਤਾ ਤਾਂ ਅੱਜ ਸਵੀਕਾਰ ਕਰਕੇ ਆਪਣੇ ਜੀਵਨ ਨੂੰ ਸਵਰਗ ਰਾਜ ਦੇ ਲਈ ਸੁਰੱਖਿਅਤ ਕਰ ਲਓ। ਔਰ ਦੂਸਰਾ, ਜੇ ਆਪ ਮਸੀਹੀ ਜੀਵਨ ਜੀ ਰਹੇ ਹੋ ਤਾਂ ਮਸੀਹ ਦੇ ਵਚਨ ਦੇ ਅਨੁਸਾਰ ਜੀਣ ਦੀ ਕਿਰਪਾਲਤਾ ਕਰੋ। ਜੇ ਉਸ ਦੇ ਅਨੁਸਾਰ ਨਹੀਂ ਜੀ ਰਹੇ ਹੋ ਤਾਂ ਇਸ ਦਾ ਨਿਆਂ ਵੀ ਪਰਮੇਸ਼ਰ ਦੇ ਸਿੰਘਾਸਨ ਦੇ ਉੱਤੇ ਹੋਵੇਗਾ। ਜਿਸ ਤਰ੍ਹਾਂ ਦੂਸਰਾ ਕਰੰਥੀਆਂ 5 ਅਧਿਆਇ ਉਸ ਦੀ 10 ਆਇਤ ਦੇ ਵਿੱਚ ਲਿਖਿਆ ਹੈ, ਹਰ ਇੱਕ ਨੇ ਆਪਣੇ ਦੇਹ ਦੇ ਅਨੁਸਾਰ ਜੋ ਕੀਤਾ ਹੈ, ਭਲਾ ਜਾਂ ਬੁਰਾ, ਉਸ ਦਾ ਨਿਆਂ ਉਹ ਪਰਮੇਸ਼ਰ ਦੇ ਨਿਆਂ ਆਸਨ ਦੇ ਸਾਹਮਣੇ ਦੇਵੇਗਾ। ਅਸੀਂ ਬਚ ਨਹੀਂ ਸਕਦੇ। ਜੇ ਅਸੀਂ ਬਚਣਾ ਹੈ ਤਾਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਅਸੀਂ ਆਪਣੀ ਜ਼ਿੰਦਗੀ ਗੁਜ਼ਾਰੀਏ, ਜਿਸ ਦੇ ਨਾਲ ਪਰਮੇਸ਼ਰ ਦਾ ਪ੍ਰੇਮ, ਪਰਮੇਸ਼ਰ ਦੀ ਸਵਰਗੀ ਸਿੱਧਤਾ ਸਾਡੇ ਜੀਵਨ ਦੇ ਵਿੱਚ ਰਾਜ ਕਰ ਸਕੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਹਾਰਾਜ।